अस्सलाम वालेकुम चाचू अरशद साहब की हाल है ਤੁਹਾਡਾ। खैर जनाब तुम सुनाओ ठीक ठाक। ਅੱਛਾ ਚਾਚੂ ਅਰਸ਼ਦ ਸਾਹਿਬ ਇਹ ਜਿਹੜਾ ਅੱਜ ਕੱਲ ਸਾਇਲੇਜ ਪਾਇਆ ਜਾ ਰਿਹਾ ਡੰਗਰਾਂ ਨੂੰ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਹਦੇ ਬਾਰੇ ਜੀ ਖਿਆਲ ਇਹ ਵੇ ਕਿ ਜਿਹੜੀ ਮੱਝ 6 ਮਹੀਨੇ ਖਾ ਕੇ ਦੁੱਧ ਦੇ ਜਾਂਦੀ ਜੇ ਅੱਗੋਂ ਉਹਦੇ ਬਣਨ ਦੀ ਬੇਮੈਟੀ ਹੁੰਦੀ ਹੈ ਖਲੋਣ ਦੀ ਤੇ ਉਹ ਅੱਗੋਂ ਸੂਣ ਵਾਲਾ ਜਿਹੜਾ ਨਾ ਉਹ ਬੜੀ ਕਿਸਮਤ ਨਾਲ ਹੋਇਆ ਜਿੱਥੇ ਨਿਕਲਦੇ ਤੇ ਨਹੀਂ ਨਿਕਲਦੀ। ਸਾਨੂੰ ਲੋਕ ਅਕਸਰ ਪੁੱਛਦੇ ਨੇ ਕਿ ਜਾਨਵਰ ਕਿਉਂ ਨਹੀਂ ਬਣਦੇ, ਕਿਉਂ ਨਹੀਂ ਮੱਝਾਂ ਅੱਗੋਂ ਬਣਦੀਆਂ, ਕਿਉਂ ਨਹੀਂ ਨਵੀਆਂ ਹੁੰਦੀਆਂ। ਉਹਦੀ ਇੱਕ ਵਜ੍ਹਾ ਇਹ ਵੀ ਹੈ। ਉਹਦੀ ਵਜ੍ਹਾ ਇਹ ਵੇ ਕਿ ਜਦੋਂ ਬਈ ਗਾਈ ਦੇ ਅੰਦਰ ਗਰਮਾਇਸ਼ ਹੋ ਜਾਂਦੀ ਹੈ ਨਾ ਜੀ, ਫਿਰ ਉਹ ਮੱਝ ਬਣ ਕੇ ਫਿਰ ਖਲੋ ਨਹੀਂ ਸਕਦੀ। ਅੱਛਾ, ਉਹ ਬਣਦੀ ਹੈ, ਬਣਦੀ ਬਾਰਾਂ ਖਲੋਂਦੀ ਨਹੀਂ। ਠੀਕ ਹੈ। ਉਹਦਾ ਇਹ ਮਸਲਾ ਹੈ ਕਿ ਉਹਦੇ ਜਦੋਂ ਮੱਝ ਲਿਆਂਦਿਆ ਹੋ ਗਏ ਜੇ 6 ਮਹੀਨੇ ਮੈਂ ਉਹਨੂੰ ਚੌਥੀ ਵਾਰੀ ਬਣਵਾਇਆ, ਮੱਝ ਨਹੀਂ ਨਿਕਲੀ। ਅੱਛਾ, ਹੁਣ ਉਸ ਨੂੰ ਉੱਤੇ ਪੱਠੇ ਵੀ ਮੈਂ ਧੁੰਨ ਕੇ ਪਾਉਂਦਾ ਜੀ। ਇੱਕ ਮੱਝ ਮੈਂ ਰੱਖੀ ਹੈ ਤੇ ਮਸਾਂ ਮੈਂ ਹੈ ਵੀ ਉਹ ਸਾਂਭਣ ਜੋਗਾ ਹੀ ਸਾਂ। ਅੱਛਾ, ਉਹ ਹੁਣ ਅਲੱਗ ਕੀਤਾ ਤੇ ਮੈਂ ਫਿਰ ਉਹਨੂੰ ਕੋਈ 15 ਕੁ ਦਿਨ ਹੋਏ ਬਣਵਾਇਆ। ਤੇ ਹੁਣ ਇੰਨੀ ਸੀ ਠੰਡ ਇਹਦੇ ਵਿੱਚ ਬੰਦਾ ਠੰਡੀ ਸ਼ੈ ਪਾਣੀ ਪੀ ਲੈ ਤੇ ਬੰਦੇ ਨੂੰ ਕੰਬਲੀ ਲੱਗ ਜਾਂਦੀ ਹੈ। ਮੈਂ ਉਸ ਨੂੰ ਅੱਧਾ ਕਿਲੋ ਤੇਲ ਡਾਲੀ ਪੱਤੀ ਚਾਪ ਦੇ ਦਿੱਤਾ। ਉਸ ਨੂੰ ਪਰਵਾਹ ਨਹੀਂ ਹੋਈ, ਕੋਈ ਫਿਕਰ ਨਹੀਂ ਹੋਇਆ, ਕੋਈ ਉਹਨੂੰ ਘਬਰਾਏ ਵਿੱਚ ਕੋਈ ਠੰਡ ਦਾ ਮਸਲਾ ਹੈ ਹੀ ਨਹੀਂ। ਇਹ ਜਿਹੜੇ ਇੰਨੀ ਕੁ ਗਰਮ ਹੈ ਮੈਂ ਡਾਕਟਰ ਕੋਲ ਮੈਂ ਚੈੱਕ ਕਰਾਈਏ, ਤੀਜੇ ਦਿਨ ਟੀਕਾ ਲਵਾਇਆ। ਉਸ ਆਖਿਆ ਕਿ ਚਾਚਾ ਤੇਰੀ ਮੱਝ ਅਜੇ ਵੀ ਬੜੀ ਗਰਮ। ਤੀਜੇ ਦਿਨ ਇਹਨਾਂ ਹਿਸਾਬ ਕੱਢੋ ਕਿ ਇੰਨੀ ਅੱਗ ਜਿਹੜਾ ਡੰਗਰ ਖਾਂਦਾ ਹੈ ਜਾਂ ਪੀਂਦਾ ਹੈ ਉਹ ਖਲੋ ਕੇ ਕੀ ਕਰੇਗਾ, ਕਿਵੇਂ ਖਲੋਏਗਾ। ਸਹੀ ਹੋ ਗਿਆ। ਅੱਛਾ ਚਾਚੂ ਅਰਸ਼ਦ ਸਾਹਿਬ ਫਿਰ ਕੀ ਕਰੀਏ? ਤੁਸੀਂ ਦੱਸ ਦਿਓ ਕਿ ਮੱਝ ਉਹ ਹੀਟ ਬਹੁਤ ਜ਼ਿਆਦਾ ਕਰ ਗਈ ਹੈ ਔਰ ਇਹ ਸਾਇਲੇਜ ਖਾਣ ਨਾਲ ਹੀ ਸਿਰਫ ਹੋਇਆ। ਸਾਇਲੇਜ ਖਾਂਦੀਆਂ ਜਿਹੜੀਆਂ ਉਹ ਦੂਜਾ ਪਾਉਂਦੇ ਨੇ ਉਹਦਾ ਕਿਆ ਫੀਲਡ, ਜਿਹੜੀ ਫੀਲਡ ਪਾਉਂਦੇ ਨੇ ਉਹ ਵੀ ਅੱਗ ਤੋਂ ਅੱਗੇ ਨਰਮ ਉਹ ਵੀ ਨਹੀਂ ਤੇ ਠੰਡ ਉਹਦੇ ਨਾਲ ਵੀ ਨਹੀਂ ਹੁੰਦੀ। ਇਹ ਦੇਸੀ ਵੰਡਾ ਪਾਉਂਦੇ ਲੋਕ, ਖਲ ਪਾਉਂਦੇ, ਕਰਾ ਪਾਉਂਦੇ, ਕੌੜੀ ਖਲ ਪਾਉਂਦੇ। ਕੌੜੀ ਖਲ ਨੂੰ ਸਿਆਲ ਜੀ ਹੈ ਤੇ ਉਹਦੇ ਪਾਣੀ ਉਬਾਲ ਕੇ ਪਾ ਲਓ ਤੇ ਉਹਨੂੰ ਇਨਸ਼ਾਅੱਲਾ ਉਹ ਫਸਟ ਕਲਾਸ ਰਹਿੰਦੀ ਹੈ। ਤੇ ਜਿਨ੍ਹਾਂ ਲੋਕਾਂ ਦੇ ਡੰਗਰ ਨਹੀਂ ਬਣਦੇ ਪਏ, ਯਾਨੀ ਬਣ ਜਾਂਦੇ ਨੇ ਜਾਂ ਖਲੋਂਦੇ ਨਹੀਂ, ਤੇ ਤੁਹਾਡੀ ਨਜ਼ਰ 'ਚ ਫਿਰ ਇੱਕ ਵਜ੍ਹਾ ਇਹ ਹੋਈ ਕਿ ਉਹ ਸਾਇਲੇਜ ਖਾਂਦੇ ਨੇ। ਸਾਰੀ ਵਜ੍ਹਾ ਹੀ ਉਹਨਾਂ ਦੀ ਇਹ ਵੇ ਕਿ ਜਿਹੜਾ ਗਰਮ ਵੰਡਾ ਖਵਾਉਂਦੇ ਨੇ ਇਹ ਦੁੱਧ ਦਿੰਦੀਆਂ ਰਹਿੰਦੀਆਂ ਨੇ, ਇਹਨਾਂ ਨੂੰ ਪੋਚ ਵੀ ਠੰਡੀਆਂ ਨਹੀਂ ਹੁੰਦੀਆਂ। ਜਿਹੜੀ ਮੱਝ ਦੇਸੀ ਵੰਡਾ ਖਾਂਦੀ ਜੇ ਪੋਹ ਵਾਂਗ ਵਿੱਚ ਇੱਕ ਤੋਲਾ ਝੱਗ ਨਹੀਂ ਦੁੱਧ ਦੇ ਆਉਂਦੀ। ਇਹ ਹੁਣ ਭੈਣੀਆਂ ਵੀ ਜਿਹੜੀਆਂ ਸਾਇਲੇਜ ਜਾਂ ਉਹ ਫੀਲਡ ਖਾਂਦੀਆਂ ਜੇ ਇਹ ਥੱਲੇ ਕਿਲੋ ਦੁੱਧ ਹੁੰਦਾ, 3 ਕਿਲੋ ਤੇ ਝੱਗ ਹੁੰਦੀ ਜੇ, ਚਾੜ ਦਿੰਦੀਆਂ ਨੇ ਤਾਂ ਨੂੰ। ਤੇ ਵਪਾਰੀ ਵਿਖਾਉਂਦੇ ਨੇ ਵੀ ਵੇਖ ਮੇਰੀ ਮਿਹਨਤ ਨੇ 9 ਸਿਰ ਦੁੱਧ ਦੇ ਹੁੰਦਾ ਥੱਲੇ ਉਹ 2.5 ਸਿਰ ਹੀ ਹੈ। ਵਜ੍ਹਾ ਸਾਰੀ ਹੈ ਵੇ ਮਈਆਂ ਗਰਮ ਰਹਿੰਦੀਆਂ ਨੇ ਵੰਡੇ ਦੇ ਨਾਲ ਉਸ ਨਾਲ। ਜੋ ਜਿਹਦੇ ਵਿੱਚ ਵਾਹ ਲੱਗਿਆ ਕੀੜਾ ਪੈ ਜਾਂਦਾ ਉਹ ਡੰਗਰ ਨੂੰ ਕਿੰਨਾ ਕੁ ਵੀ ਅਸਰ ਕਰਦਾ। ਯਾਨੀ ਸਾਇਲੇਜ ਨੂੰ ਅਗਰ ਵਾਹ ਲੱਗੇ ਤਾਂ ਉਹਨੂੰ ਕੀੜਾ ਪੈ ਜਾਂਦਾ। ਵਾਹ ਲੱਗੇ ਤੇ ਉਹਨੂੰ ਕੀੜਾ ਪੈ ਜਾਂਦਾ। ਤੇ ਕੁਛ ਇਲਾਕਿਆਂ ਵਿੱਚ ਤੇ ਸਾਇਲੇਜ ਇਸਤੇਮਾਲ ਹੁੰਦਾ ਹੈ ਔਰ ਅਸੀਂ ਕਈਆਂ ਬੰਦਿਆਂ ਕੋਲ ਸੁਣਿਆ ਹੈ, ਹੱਤਾ ਕਿ ਜਿਹੜੇ ਵਪਾਰੀ ਹੁੰਦੇ ਨੇ ਉਹਨਾਂ ਕੋਲ ਵੀ ਸੁਣਿਆ ਕਿ ਜੀ ਸਾਇਲੇਜ ਦੇਵੋ ਤੇ ਫਿਰ ਤੁਹਾਡੇ ਇਹਦੇ ਵਿੱਚ ਬੱਚਤ ਹੋ ਸਕਦੀ ਹੈ, ਉਂਝ ਨਹੀਂ ਹੋ ਸਕਦੀ। ਬੱਚਤ ਪੱਠਿਆਂ ਦੀ ਬੱਚਤ ਉਹਦੇ ਵਿੱਚ ਇਹੋ ਹੀ ਹੈ, ਪੱਠਿਆਂ ਦੀ ਵੀ ਬੱਚਤ ਹੁੰਦੀ ਹੈ। ਪੱਠਿਆਂ ਦੇ ਦੂਜੇ ਪੱਠੇ ਘੱਟ ਪਾਉਂਦੇ ਨੇ, ਸਾਇਲੇਜ ਵੱਧ ਪਾਉਂਦੇ ਨੇ। ਉਧਰੋਂ ਦੁੱਧ ਦੀ ਬੱਚਤ ਹੁੰਦੀ ਹੈ, ਉਧਰੋਂ ਪਿੱਛੇ ਪੱਠਿਆਂ ਦੇ ਵਿੱਚ ਬੱਚਤ ਹੁੰਦੀ ਹੈ। ਅੱਛਾ, ਉਹਦੇ ਵਿੱਚ ਇੰਨਾ ਫਾਇਦਾ, ਉਹਦੇ 'ਚ ਇਹ ਫਾਇਦਾ ਲੈਂਦੇ ਜੇ ਤੇ ਡੰਗਰਾਂ ਦੀ ਬੇੜੇ ਵੇਚ ਜਾਂਦੇ ਨੇ। ਸਹੀ ਹੈ, ਜਿਹੜੀ ਡੰਗਰ ਦਾ ਆਇਆ ਹੋ ਜਾਂਦਾ। ਡੰਗਰ ਦਾ ਆਇਆ ਹੋ ਜਾਂਦਾ। ਡੰਗਰ ਜੀ ਤੇ ਤੁਸੀਂ ਇੱਕ ਵਪਾਰੀ ਕਿਸੇ ਕੋਲੋਂ ਇੱਕ ਮੱਝ ਲੈ ਕੇ ਚੈੱਕ ਕਰ ਲਓ, ਉਸ ਨੂੰ ਤਾਂ 2 ਮਹੀਨੇ 4 ਮਹੀਨੇ 6 ਮਹੀਨੇ ਬੰਨ ਕੇ ਵੇਖ ਲਓ, ਤੁਹਾਡਾ ਤਜਰਬਾ ਕੰਮ ਕਰੇਗਾ ਕਿ ਇਹਨੂੰ ਸਾਇਲੇਜ ਪਾਉਣਾ ਹੈ ਜਾਂ ਇਹਨੂੰ ਦੇਸੀ ਵੰਡਾ ਪਾਉਣਾ। ਯਾਨੀ ਕਿ ਤੁਹਾਡਾ ਵੋਟ ਦੇਸੀ ਵੰਡੇ ਦੇ ਹੱਕ ਵਿੱਚ। ਦੇਸੀ ਵੰਡੇ ਦੇ ਹੱਕ ਵਿੱਚ। ਹੁਣ ਇਹ ਦੱਸੋ ਕਿ ਦੇਸੀ ਵੰਡੇ ਵਿੱਚ ਕੀ ਪਾਈਏ ਜਿਹੜਾ ਜਾਨਵਰ ਸਹੀ ਰਹੇ, ਉਹ ਦੁੱਧ ਵੀ ਸਹੀ ਦੇਵੇ ਔਰ ਆਪਣੇ ਮੁਕਰਰਾ ਵਕਤ ਦੇ ਬਾਅਦ ਉਹ ਬਣ ਵੀ ਜਾਏ, ਨਵਾਂ ਵੀ ਹੋਈਏ ਤੇ ਖਲੋ ਵੀ ਜਾਏ। ਉਸ ਨੂੰ ਕਣਕ ਦਾ ਦਲੀਆ ਪਾ ਲਓ, ਠੀਕ ਹੈ, ਕੌੜੀ ਖਾਲ ਪਾ ਲਓ, ਠੀਕ ਹੈ, ਕਰਾ ਪਾ ਲਓ, ਇਹ ਦੂਜੀ ਜਿਹੜੀ ਇਹ ਮਿੱਠੀ ਖਾਲ ਪਾ ਲਓ, ਵਿੱਚ ਭਾਵੇਂ ਮਕਈ ਪਾ ਲਓ, ਹੋਰ ਜੋ ਕੁਝ ਮਰਜ਼ੀ ਆ ਦੇਸੀ ਵੰਡਾ ਜਿੰਨਾ ਮਰਜ਼ੀ ਇਹ ਪਾ ਲਓ। ਇਹਦੇ 'ਚ ਕੋਈ ਖਤਰੇ ਵਾਲੀ ਗੱਲ ਨਹੀਂ, ਕੋਈ ਇਹਦੇ ਘਬਰਾਉਣ ਵਾਲੀ ਗੱਲ ਨਹੀਂ। ਜਿਹੜੀ ਬਈ ਬਣੇਗੀ ਉਹ ਉਖੜੇਗੀ ਨਾ। ਸਹੀ ਹੈ। ਤੇ ਇੱਕ ਜਿਹੜੀ ਮੱਝ ਕੋਈ 10-12 ਕਿਲੋ ਸਿਰ ਦੁੱਧ ਦੇ ਛੱਡਦੀ ਹੈ, ਹਾਂਜੀ, ਉਹਨੂੰ ਕਿੰਨਾ ਕੁ ਵੰਡਾ ਪਾਉਣਾ ਚਾਹੀਦਾ? ਉਸ ਨੂੰ 10-12 ਕਿਲੋ ਵੰਡਾ ਖਾਂਦੀ ਹੈ, ਦੁੱਧ ਦਿੰਦੀ ਹੈ, ਤੇ ਉਹਨੂੰ ਘੱਟ ਤੋਂ ਘੱਟ ਵੀ 7 ਕਿਲੋ ਵੰਡਾ ਹੋਣਾ ਚਾਹੀਦਾ ਦੋਵਾਂ ਟਾਈਮਾਂ ਦਾ। ਕਿੰਨੀ ਹੈ? ਤਕਰੀਬਨ 3.5 ਕਿਲੋ ਬਣਿਆ ਤੇ 3.5 ਕਿਲੋ ਵੰਡਾ ਪਚਾਈ ਜਾਂਦੀ ਜੇ ਮੱਝ? ਮੱਝ ਜੀ ਧੜੀ ਵੰਡਾ ਪਚਾਈ ਜਾਂਦੀ ਜੀ।
ਠੀਕ ਹੈ। ਟਾਈਮ ਦਾ ਧੜੀ ਵੰਡਾ ਪਹੁੰਚਾ ਜਾਂਦੀਆਂ ਨੇ ਤੇ ਇਨਸ਼ਾਅੱਲਾ ਇਹ ਕੋਈ ਏਡੀ ਕੋਈ ਗੱਲ ਨਹੀਂ ਵੀ। ਤੇ 7.5 ਕਿਲੋ ਅਗਰ ਦਿਹਾੜੀ ਦਾ ਅਸੀਂ ਵੰਡਾ ਪਾਉਂਦੇ ਆ ਉਹਦੇ 'ਚ ਖਰਚ ਕਿੰਨਾ ਆਏਗਾ? ਖਰਚਾ ਜੀ ਉਹ ਖਰਚਾ ਤੇ ਉਹਦੇ ਵਿੱਚ ਆਉਂਦਾ, ਜੇ ਘਰ ਦਾ ਵੰਡਾ ਪਾ ਲਓ, ਵਿੱਚ ਕੋਈ ਕਣਕ ਪਾ ਲਓ, ਵਿੱਚ ਕਈ ਪਾ ਲਓ ਵਿੱਚ, ਤੇ ਉਹਨਾਂ ਬਚਤ ਹੋ ਜਾਂਦੀ ਹੈ ਵੰਡੇ 'ਚੋਂ। ਕੁਝ ਘਰ ਦਾ ਹੋ ਜਾਂਦਾ, ਕੁਝ ਮੁੱਲ ਲਿਆ ਹੁੰਦਾ। ਠੀਕ ਹੈ। ਉਂਝ ਤੁਹਾਡੀ ਨਜ਼ਰ ਦੇ ਵਿੱਚ ਕਿੰਨਾ ਕੁ ਖਰਚਾ ਆਈ ਜਾਂਦਾ ਹੈ ਵੰਡੇ ਤੇ? 7 ਕਿਲੋ ਅਗਰ 7.5 ਕਿਲੋ ਜਾਂ 7 ਕਿਲੋ ਵੰਡਾ ਪਾਈਏ ਤੇ ਜਿਹੜੀ ਮੱਝ 7 ਕਿਲੋ ਜਾਂ 7.5 ਕਿਲੋ ਵੰਡਾ ਖਾਏ ਹੂੰ। ਉਹ ਸਵੇਰੇ ਇਨਸ਼ਾਅੱਲਾ ਦੁੱਧ ਵੀ 12-13 ਕਿਲੋ ਕੱਢੇ। ਅੱਛਾ, ਹਾਂ ਠੀਕ ਹੋ ਗਿਆ। ਤੇ ਫਿਰ ਉਹ ਯਾਨੀ ਕਿ ਜਿਹੜਾ ਖਰਚ ਤੁਸੀਂ ਉੱਤੇ ਕੀਤਾ ਹੈ ਉਹ ਖਰਚ ਵੀ ਪੂਰਾ ਕਰ ਛੱਡਦੀ, ਨਾਲ ਮੁਨਾਫਾ ਵੀ ਖਰਚ ਦੇ ਵੀ ਛੱਡਦੀ? ਪੂਰਾ ਕਰ ਛੱਡਦੀ ਏ ਤੇ ਇਹ ਰੁਪਈਆ ਵੀ 2-300 ਬਚ ਜਾਂਦਾ ਉਹਦੇ ਵਿੱਚੋਂ। ਇਸ ਵਾਸਤੇ ਕਿ ਜਿਹੜੀ 6-7 ਕਿਲੋ ਦੁੱਧ ਟਾਈਮ ਦਾ ਕੱਢਦੀ ਏ, ਉਹਨੂੰ 7 ਕਿਲੋ ਵੰਡਾ ਕੱਖ ਵੀ ਨਹੀਂ ਆਉਂਦਾ। ਉਹਨੂੰ ਵੰਡਾ ਪਾਉਂਦੇ ਮਾਲਕ ਨੂੰ ਤਕਲੀਫ ਕੋਈ ਨਹੀਂ। ਠੀਕ ਹੈ। ਤੇ ਪੱਠਾ ਜਿਹੜਾ ਵੀ ਤੁਸੀਂ ਕਿਹੜਾ ਕਹਿਣਾ ਚਾਹੋਗੇ ਕਿ ਇਹ ਸਹੀ ਹੈ ਔਰ ਇਹ ਜਿਹੜਾ ਨਾ ਪੱਠਾ ਪੈਣਾ ਚਾਹੀਦਾ ਹੈ, ਜੇ ਡੰਗਰ ਵਾਸਤੇ ਜ਼ਰੂਰੀ ਹੈ ਅੱਜ ਕੱਲ੍ਹ ਦੇ ਦਿਨਾਂ ਵਿੱਚ? ਅੱਜ ਕੱਲ੍ਹ ਦੇ ਦਿਨਾਂ ਵਿੱਚ ਛਟਲ ਹੈ ਹੂੰ ਤੇ ਘੁਮਾ ਦੇ ਹੂੰ ਕਣਕ ਜੇ ਤੇ ਹੋਪੇ ਤੇ ਉਹ ਸਹੀ ਏ। ਪੱਠੇ ਤੇ ਤੇ ਨਾਲ ਸੁੱਕਾ ਕਿਹੜਾ ਪਾਈਏ? ਨਾਲ ਸੁੱਕਾ ਤੂੜੀ ਪਾ ਲਓ। ਤੂੜੀ ਪਾ ਲਈਏ। ਤੂੜੀ ਪਾ ਲਓ। ਤੂੜੀ ਉਂਝ ਨੁਕਸਾਨ ਨਹੀਂ ਕਰਦੀ? ਨਹੀਂ ਤੂੜੀ ਜਾਂ ਪੱਠਾ ਹੀ ਕੋਈ ਨਹੀਂ। ਅੱਛਾ, ਹਾਂ ਤੂੜੀ 12 ਨਹੀਂ ਇਹ ਪਰਾਲੀ ਜਿਹੜੀ ਹੈ, ਪਰਾਲੀ ਨਹੀਂ ਪਰਾਲੀ ਪੈਂਦੀ? ਤੇ ਨੁਕਸਾਨ ਦਿੰਦੀ ਹੈ, ਪਰਾਲੀ ਤੇ ਵਾਦੀ ਹੁੰਦੀ ਹੈ ਨਾ। ਠੀਕ ਹੈ। ਤੇ ਤੂੜੀ ਜਾਂ ਪੱਠਾ ਤੇ ਹੋ ਤੂੜੀ ਜਿਹਾ ਤਾਂ ਪੱਠਾ ਕੋਈ ਨਹੀਂ, ਤੇ ਪਰਾਲੀ ਜਿਹੜੇ ਕਈ ਲੋਕ ਸਿਰਫ ਪਰਾਲੀ ਹੀ ਪਾ ਛੱਡਦੇ ਨੇ ਤੇ ਉਹ ਨੁਕਸਾਨ ਦੇਵੇ। ਉਹ ਪਰਾਲੀ ਜੀ ਹੁਣ ਅਸੀਂ ਪਰਾਲੀ ਹੀ ਪਾਉਂਦੇ ਜੇ ਤੇ ਹਾਂ ਲੈਣੀ ਵੀ ਪਰਾਲੀ ਏ। ਹਾਂ। ਤੇ ਇਹ ਜਿਹੜੇ ਲੋਕ ਮਿਕਸ ਕਰਕੇ ਪਰਾਲੀ ਪਾਉਂਦੇ ਨੇ, ਸਰਦੀਆਂ ਦੇ ਦਿਨ ਅਕਸਰ ਪਰਾਲੀ ਲੱਭ ਜਾਂਦੀ ਹੈ। ਹਾਂ ਇਹ ਜਿਹੜੇ ਉਹਦੇ ਵਿੱਚ ਸਬਜ਼ ਚਾਰੇ ਵਿੱਚ ਪਾ ਕੇ ਪਰਾਲੀ ਦਿੰਦੇ ਨੇ, ਉਹ ਵੀ ਦੇਣੀ ਚਾਹੀਦੀ ਹੈ ਕਿ ਨਹੀਂ? ਨਹੀਂ ਪਰਾਲੀ ਸਬਜ਼ ਚਾਰੇ ਵਿੱਚ ਪਰਾਲੀ ਹੋ ਜੇ ਤੇ ਉਹ ਕੁਝ ਵੀ ਨਹੀਂ ਆਉਂਦੀ। ਅੱਛਾ। ਪੂਰੀ ਹੋਏ ਪਰਾਲੀ ਏ ਤੇ ਨਹੀਂ ਵੀ ਗਲੀ ਬਲੀ ਪਰਾਲੀ ਹੋਏ ਵੀ ਉਧਰੋਂ ਉੱਲੀ ਨਾ ਲੱਗੀ ਏ, ਪਰਾਲੀ ਡੰਗਰਾਂ ਨੂੰ ਪਾ ਲਓ, ਜਿਹੋ ਜਿਹੀ ਪਰਾਲੀ ਹੋਏ ਫਿਰ ਉਹੋ ਜਿਹੇ ਡੰਗਰ ਵਾਂਗੂ ਹੁੰਦਾ। ਠੀਕ ਹੋ ਗਿਆ। ਤੇ ਅਗਰ ਤੁਹਾਡੀ ਨਜ਼ਰ ਵਿੱਚ ਪਿੰਡ ਥਾਂ ਦੇ ਉੱਤੇ ਆਪਣੀ ਜ਼ਮੀਨ ਹੋਏ ਬੰਦੇ ਦੀ, ਹਾਂਜੀ, ਤੇ ਫਿਰ ਇੱਕ ਡੰਗਰ ਕੀ ਬਚਾਈ ਜਾਂਦਾ ਡੇਲੀ ਦਾ? ਇੱਕ ਡੰਗਰ ਸਹੀ ਨਸਲੀ ਡੰਗਰ ਹੋਵੇ ਹੂੰ। ਤੇ ਉਹ ਡੇਲੀ ਦਾ ਰੁਪਈਆ 500-600 ਬਚਾ ਜਾਂਦਾ। 500-600 ਬਚਾਈ ਜਾਂਦਾ। ਬਚਾ ਜਾਂਦਾ। ਤੇ ਤੁਸੀਂ ਕੀ ਸੁਜੈਸਟ ਕਰੋਗੇ ਕਿਸੇ ਐਸੇ ਬੰਦੇ ਨੂੰ ਜਿਹੜਾ ਫਾਰਗ ਹੈ ਔਰ ਮਹੀਨੇ ਦਾ ਕੋਈ 20-25 ਹਜ਼ਾਰ ਕਮਾਉਣਾ ਚਾਹੁੰਦਾ ਹੈ, ਹਾਂਜੀ, ਅੱਗੋਂ ਫਿਰ ਡੰਗਰ ਸ਼ੰਗਰ ਰੱਖੇਗਾ ਹੋਰ ਵੱਧ ਜਾਣਗੇ, ਤੇ ਉਹ ਕਿੰਨੇ ਕੁ ਡੰਗਰ ਰੱਖ ਲੇ ਕਿ ਉਹਦਾ 20-25 ਹਜ਼ਾਰ ਨਿਕਲ ਆਏ? 20-25 ਹਜ਼ਾਰ ਜੀ ਬੰਦਾ ਨੀਤ ਵਾਲਾ ਹੋਏ ਤੇ 4-5 ਮੱਝਾਂ ਜਿਹੜੀਆਂ ਨੇ ਕਰ ਜਾਂਦੀਆਂ ਨੇ ਮਹੀਨੇ ਦਾ 20-25 ਹਜ਼ਾਰ। ਸਹੀ ਹੈ। ਯਾਨੀ ਕਿ ਛੋਟਾ ਇਨਵੈਸਟਰ ਵੀ ਜਿਹੜਾ ਛੋਟਾ ਇਨਵੈਸਟ ਕਰ ਲੈ, ਥੋੜੇ ਪੈਸੇ ਜਿਹਦੇ ਕੋਲ ਨੇ, ਪੈਸੇ ਹੋਣ 4-5 ਮੱਝਾਂ ਤੇ ਫਿਰ ਇਸ ਤੋਂ ਘੱਟ ਲਈਆਂ ਤੇ ਬਣਦੇ ਕੋਈ ਨਹੀਂ ਬਣਦਾ, ਫਿਰ ਪੱਲਿਓ ਪੈਂਦੀਆਂ ਨੇ। ਪੱਲਿਓਂ ਪੈਂਦੀਆਂ ਨੇ। ਤੇ 4-5 ਮੱਝਾਂ ਜਿਹੜੀਆਂ ਨੇ ਸਜਰੀਆਂ ਹੀ ਲੈ? 4-5 ਮੱਝਾਂ ਸਜਰੀਆਂ ਹੋਣ 5 ਤੇ 20-25 ਹਜ਼ਾਰ ਰੁਪਈਆ ਡਾਲੀ ਪਤੀ ਮਹੀਨੇ ਦਾ ਪੱਕਾ ਹੈ। ਤੇ ਜਗ੍ਹਾ ਆਪਣੀ ਹੋਣੀ ਲਾਜ਼ਮੀ ਹੈ? ਜਗ੍ਹਾ ਆਪਣੀ ਹੋਵੇ ਤੇ ਜੋ ਹੁਣ ਕਿਰਾਏ ਤੇ ਲਿਆ ਤੇ ਫਿਰ ਉਹਨਾਂ ਵਿੱਚੋਂ ਉਹ ਵੀ ਤੇ ਖਰਚਾ ਵਿੱਚੋਂ ਨਿਕਲਣਾ ਨਾ। ਸਹੀ ਹੈ। ਤੇ ਜੇ ਆਪਣੀ ਜਗ੍ਹਾ ਹੋਏ ਤੇ 20-25 ਹਜ਼ਾਰ ਰੁਪਈਆ ਬੜਾ ਮਹੀਨੇ ਦਾ ਬਹੁਤ। ਤੇ ਇੱਥੇ ਪਿੰਡਾਂ ਥਾਵਾਂ ਤੇ ਜਿਹੜੀ ਮੱਝ ਹੈ ਅਗਰ ਕਿਸੇ ਪਿੰਡ ਤੋਂ ਹੀ ਲਈਏ, ਹਾਂਜੀ, ਨਾ ਜਾਈਏ ਅਸੀਂ ਅੱਡਿਆਂ ਤੇ, ਹਾਂ, ਤੇ ਕਿੰਨੇ ਕੁ ਜਿਹੜਾ ਨਾ ਮੰਡੀ ਛੰਡੀ ਕਿੰਨੇ ਕੁ ਪੈਸੇ ਹੋਣ ਤੇ ਚੰਗੀ ਮੱਝ ਲੱਭ ਜਾਂਦੀ ਹੈ? ਪਿੰਡਾਂ ਦੇ ਵਿੱਚੋਂ ਫਿਰਿਆ ਟੁਰਿਆ ਮੱਝ ਲੱਭ ਜਾਂਦੀ ਜੇ 2.5 ਤੋਂ ਥੱਲੇ। ਠੀਕ ਹੈ। 2.5 ਤੋਂ ਥੱਲੇ ਮੱਝ ਜਿਹੜੀ ਲੈ ਲਈਏ 12-13 ਕਿਲੋ ਦੁੱਧ ਦੀ ਲੱਭ ਜਾਂਦੀ ਹੈ। ਯਾਨੀ ਕਿ ਅਗਰ ਕੋਈ ਬੰਦਾ ਕਹਿੰਦਾ ਕਿ ਮੈਂ ਘਰ ਬਹਿ ਕੇ ਆਪਣੇ ਬਾਲ ਬੱਚਿਆਂ 'ਚ ਆਪਣੀ ਜ਼ਮੀਨ ਵਿੱਚ ਘਰ ਰਹਿ ਕੇ ਤੇ ਕੋਈ 10 ਲੱਖ ਰੁਪਇਆ ਅਗਰ ਉਹਦੇ ਕੋਲ ਹੈ ਵੇ, ਹਾਂ, ਤਾਂ ਉਹ ਮੱਝਾਂ 4 ਚੰਗੀਆਂ ਲੈ ਲੇ ਤੇ ਉਹ 25-30 ਹਜ਼ਾਰ ਮਹੀਨੇ ਦਾ ਕੱਢ ਸਕਦਾ? ਕੱਢ ਸਕਦਾ, ਉਹ ਕੱਢ ਸਕਦਾ। ਵਧੀ ਘਟੀ ਤੇ ਫਿਰ ਰੱਬ ਦੇ ਹੱਥ 'ਚ। ਉਹ ਵਧੀ ਘਟੀ ਤੇ ਜੀ ਉਹ ਕੋ ਅੱਲਾ ਕੋਲ ਤੇ ਬੰਦਾ ਤੇ ਕੋਈ ਘਰ ਟਿਕਾ। ਹੁਣ ਇਹ ਦੱਸਿਓ, ਬੜਾ ਅਹਿਮ ਸਵਾਲ ਹੈ, ਸਾਨੂੰ ਲੋਕ ਪੁੱਛਦੇ ਨੇ ਕਿ ਅਗਰ 4 ਮੱਝਾਂ ਉਹਨੇ ਸਜਰੀਆਂ ਲੈ ਲਈਆਂ ਨੇ ਉਹ ਤੇ ਦੁੱਧ ਦੇਣਗੀਆਂ, ਹਾਂਜੀ, ਤੇ ਪਹਿਲੇ ਤੇ ਵਾਵਾ ਬੱਲੇ ਬੱਲੇ ਹੋਏਗੀ, ਜਦੋਂ ਇਹ ਸੁੱਕਣੀਆਂ ਸ਼ੁਰੂ ਹੋ ਜਾਣਗੀਆਂ ਫਿਰ ਕੀ ਕਰੇਗਾ ਉਹ? ਫਿਰ ਜੀ ਜੇ ਗੁਰੂ ਆਪਣੀ ਉਹਦੀ ਨਾ ਰਿਹਾਇਸ਼ ਸਭ ਕੁਝ ਉਹਦਾ ਆਪਣਾ, ਭੈੜੀ ਜ਼ਮੀਨ ਆਪਣੀ ਹੈ, ਪੱਠਾ ਆਪਣਾ, ਵੇਲੀ ਸ਼ੇਲੀ ਆਪਣੀ ਹੈ, ਵੇਲੀ ਸ਼ੇਲੀ ਆਪਣੀ ਹੈ, ਉਹ ਜਦੋਂ ਨੂੰ ਉਹਨਾਂ ਖਾਂਗੜਿਆ ਹੋਣਾ 4 ਵਜ੍ਹਾ ਨੇ ਉਦੋਂ ਨੂੰ 2 ਤਾਜ਼ੀਆਂ ਨਾਲ ਉਹ ਲੈ ਸਕਦੀਆਂ ਨੇ। ਠੀਕ। ਯਾਨੀ ਕਿ ਉਹਦਾ ਇਸ ਤਰ੍ਹਾਂ ਦਾ ਸਿਸਟਮ ਰੱਖੇ ਕਿ ਮੈਂ ਇਹਨਾਂ ਨੂੰ ਜਦੋਂ ਇਹ ਸੁੱਕਣ ਤੇ ਆਣਗੀਆਂ ਤਾਂ ਮੈਂ 1-2 ਮੱਝ ਨਾਲ 1-2 ਮੱਝ ਤਾਜ਼ੀ ਪਾ ਲਾਂ। ਠੀਕ ਹੈ, ਤਾਂ ਕਿ ਸਰਕਟ ਚੱਲਦਾ ਰਹੇ। ਉਹ ਅੱਲਾ ਕਰੇ ਜਿਉਂਦੀਆਂ ਬੱਚੀਆਂ ਰਹਿਣ, ਉਹ ਕੋ ਬਣੀਆਂ ਤਲੀਆਂ ਹੋਣ, ਉਹ ਅਗਲੀਆਂ 2 ਖਾਂਗੜੀਆਂ ਹੁੰਦਿਆਂ ਨੂੰ ਪਿੱਛੋਂ ਉਹਨਾਂ ਦੇ ਵਿੱਚੋਂ ਕੋ ਲੱਗ ਪੈਂਦੀ ਹੈ, ਕੋਈ ਢੁੱਕ ਪਈ, ਕੋਈ ਸੂਪ ਪਈ, ਇਸੇ ਤਰ੍ਹਾਂ ਫਿਰ ਗੁਜ਼ਾਰ ਚੱਲ ਪੈਂਦਾ। ਤੇ 5 ਤੋਂ 10 ਡੰਗਰਾਂ ਦੇ ਦਰਮਿਆਨ ਅਗਰ ਕਿਸੇ ਬੰਦੇ ਕੋਲ ਡੰਗਰ ਨੇ, ਛੋਟੇ ਵੀ ਪਾ ਕੇ ਵੱਡੇ ਵੀ ਪਾ ਕੇ, ਉਹਦੇ ਕੋਲ ਜਗ੍ਹਾ ਕਿੰਨੀ ਕੁ ਹੋਣੀ ਚਾਹੀਦੀ ਹੈ ਪੱਠੇ ਲਾਉਣ ਵਾਸਤੇ, ਬੀਜਣ ਵਾਸਤੇ? ਪੱਠੇ ਬੀਜਣ ਵਾਸਤੇ 10 ਜਗ੍ਹਾ 10 ਡੰਗਰਾਂ ਵਾਸਤੇ ਭੈੜੇ ਤੋਂ ਭੈੜੇ 1.5 ਕਿੱਲਾ ਥਾਂ ਹੋਣਾ ਚਾਹੀਦਾ। ਠੀਕ ਹੈ, ਫਿਰ ਕੰਮ ਚੱਲ ਜਾਂਦਾ? ਫਿਰ ਕੰਮ ਚੱਲ ਜਾਂਦਾ। ਸਹੀ ਹੋ ਗਿਆ।
ਠੀਕ ਹੈ ਚਾਚੂ ਜੀ, ਤੁਸੀਂ ਬੜੀ ਮੁਫੀਦ ਗੱਲਾਂ ਦੱਸੀਆਂ ਨੇ। ਉਮੀਦ ਹੈ ਕਿ ਸਾਡੇ ਉਹ ਨੌਜਵਾਨ ਜਿਹੜੇ ਇਹ ਕਾਰੋਬਾਰ ਕਰਨਾ ਚਾਹੁੰਦੇ ਨੇ, ਇਸ ਕੰਮ ਨੂੰ ਸਮਝਣਾ ਚਾਹੁੰਦੇ ਨੇ, ਤੁਹਾਡੇ ਤਜਰਬੇ ਦੀਆਂ ਇਹਨਾਂ ਮੁਫੀਦ ਗੱਲਾਂ ਤੋਂ ਫਾਇਦਾ ਉਠਾਉਣਗੇ। ਬਹੁਤ ਸ਼ੁਕਰੀਆ ਜੀ। ਅਸਲਾਮ ਵਾਲੇਕੁਮ। ਵਾਹ